चुप कर दो भाई साहब, चुप कर दो भाई साहब। बिस्मिल्लाहिर्रहमानिर्रहीम। अस्सलामु अलैकुम वरहमतुल्लाहि वबरकातुहू। की हाल चाल है जी? ठीक ठाक हो? उम्मीद है अल्लाह ताला दे हुक्म दे नाल इंशाअल्लाह तुसीं सारे ठीक ठाक होवोगे। अल्लाह ताला सब ते रहमत फरमाए। अल्लाह ताला सब नूं अपने हिफ्ज़ो ईमान च रखे। आमीन सुम्मा आमीन। ਅੱਜ ਜਿਹੜੀ ਤੁਸੀਂ ਵੀਡੀਓ ਵੇਖੀ ਆ ਸੋਸ਼ਲ ਮੀਡੀਆ ਦੇ ਉੱਤੇ ਬੜੀ ਗਰਦਸ਼ ਕਰ ਰਹੀ ਆ ਔਰ ਇਹ ਵਾਕਿਆ ਜਿਹੜਾ ਕਦੋਂ ਪੇਸ਼ ਆਇਆ ਔਰ ਇਸ ਵੀਡੀਓ ਦੀ ਹਕੀਕਤ ਕੀ ਆਇਆ ਜਦੋਂ ਉਸ ਔਰਤ ਦੀ ਕਬਰ ਕੁਸ਼ਾਈ ਕੀਤੀ ਗਈ। ਲੋਕ ਕਹਿੰਦੇ ਸੀ ਕਿ ਮੁਖਤਲਿਫ ਕਿਸਮ ਦੀਆਂ ਆਵਾਜ਼ਾਂ ਆਉਂਦੀਆਂ, ਪਹਿਲਾਂ ਬੱਚਿਆਂ ਨੇ ਸੁਣੀਆਂ, ਫਿਰ ਲੋਕਾਂ ਨੇ ਸੁਣੀਆਂ, ਫਿਰ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਕਿ ਪੁਲਿਸ ਵਾਲੇ ਵੀ ਕੰਨ ਲਾ ਕੇ ਸੁਣ ਰਹੇ ਨੇ। ਉਹ ਕਹਿੰਦੇ ਨੇ ਕਿ ਆਵਾਜ਼ਾਂ ਆ ਰਹੀਆਂ। ਅਤੇ ਫਿਰ ਉਸ ਦੀ ਕੀ ਤਫਸੀਲਾਤ ਸੀ, ਫਿਰ ਕਿੱਦਾਂ ਕਬਰ ਕੁਸ਼ਾਈ ਕੀਤੀ ਗਈ, ਫਿਰ ਅੱਗੇ ਕੀ ਬਣਿਆ, ਅੱਜ ਦੀ ਇਸ ਵੀਡੀਓ ਦੇ ਵਿੱਚ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਕਰਾਂਗਾ। ਸਾਰੀ ਹਕੀਕਤ ਖੋਲ੍ਹ ਕੇ ਰੱਖਾਂਗਾ। ਇਹ ਵਾਕਿਆ ਜਿਹੜਾ ਜਹਾਨੀਆਂ ਦਾ ਆ, ਖਾਨੇਵਾਲ ਦੇ ਕੋਲ ਇਹ ਜਹਾਨੀਆਂ ਆ, ਉੱਥੇ ਦਾ ਇਹ ਵਾਕਿਆ ਆ। ਉੱਥੇ ਇੱਕ ਔਰਤ ਰਹਿੰਦੀ ਆ ਜਿਹਦਾ ਨਾਮ ਆ ਆਸਫਾ। ਆਸਫਾ ਕਾਫੀ ਅਰਸੇ ਤੋਂ ਬਿਮਾਰ ਸੀ, ਉਹਦਾ ਇਲਾਜ ਚੱਲ ਰਿਹਾ ਸੀ, ਦਮੇ ਦੀ ਮਰੀਜ਼ ਸੀ। ਇੱਕ ਦਿਨ ਇਸ ਤਰ੍ਹਾਂ ਹੁੰਦਾ ਕਿ ਇਹਦੀ ਸਿਹਤ ਬਿਲਕੁਲ ਖਰਾਬ ਹੋ ਜਾਂਦੀ ਹੈ, ਸਾਹ ਦੀ ਪ੍ਰੋਬਲਮ ਬਣ ਜਾਂਦੀ ਹੈ। ਇਹਦੇ ਬੱਚੇ ਔਰ ਇਹਦਾ ਸ਼ੌਹਰ ਇਹਨੂੰ ਫਟਾਫਟ ਆਸਫਾ ਨੂੰ ਚੁੱਕਦੇ ਨੇ, ਹਸਪਤਾਲ ਲੈ ਜਾਂਦੇ ਨੇ। ਡਾਕਟਰ ਦੇਖਦੇ ਨੇ ਜਦੋਂ ਥੋੜ੍ਹੀ ਜਿਹੀ ਦੇਰ ਉਹਦਾ ਸਾਹ ਰੁਕਦਾ, ਉਹਨੂੰ ਪੰਪਿੰਗ ਵਗੈਰਾ ਕਰਦੇ ਨੇ, ਲੇਕਿਨ ਉਹ ਜਾਬਰ ਨਾ ਹੋ ਸਕੀ, ਠੀਕ ਨਾ ਹੋ ਸਕੀ, ਅੱਲਾ ਨੂੰ ਪਿਆਰੀ ਹੋ ਗਈ। ਡਾਕਟਰਾਂ ਨੇ ਉਸ ਤੋਂ ਬਾਅਦ ਕਿਹਾ ਕਿ ਇਹਦੀ ਮੌਤ ਵਾਕਿਆ ਹੋ ਚੁੱਕੀ ਆ ਅਤੇ ਤੁਸੀਂ ਇਹਨੂੰ ਲਿਜਾ ਸਕਦੇ ਹੋ। ਡਾਕਟਰਾਂ ਨੇ ਤਸਦੀਕ ਕਰ ਦਿੱਤੀ। ਉਸ ਤੋਂ ਬਾਅਦ ਆਸਫਾ ਨੂੰ ਘਰ ਲਿਆਇਆ ਜਾਂਦਾ। ਇਹ 4 ਫਰਵਰੀ ਦਾ ਵਾਕਿਆ ਆ। ਜਿਸ ਵੇਲੇ ਘਰ ਲਿਆਇਆ ਜਾਂਦਾ, ਸਾਰੇ ਰਿਸ਼ਤੇਦਾਰਾਂ ਨੂੰ ਇਤਲਾਹ ਦੇ ਦਿੱਤੀ ਜਾਂਦੀ ਆ। ਸਾਰੇ ਰਿਸ਼ਤੇਦਾਰ ਜਿਹੜੇ ਨੇ ਫਟਾਫਟ ਪਹੁੰਚ ਜਾਂਦੇ ਨੇ। ਉਹਨਾਂ ਨੂੰ ਦੱਸਿਆ ਜਾਂਦਾ ਨਮਾਜ਼ੇ ਮਗਰਬ ਤੋਂ ਬਾਅਦ ਇਹਦਾ ਜਨਾਜ਼ਾ ਜਿਹੜਾ ਹੋਏਗਾ, ਸਾਰੇ ਪਹੁੰਚ ਜਾਓ। ਰਿਸ਼ਤੇਦਾਰ ਅਜ਼ੀਜ਼ੋ ਅਕਾਰਬ ਜਿੰਨੇ ਵੀ ਸੀ ਸਾਰੇ ਪਹੁੰਚ ਗਏ। ਹੁਣ ਮਗਰਬ ਦੀ ਨਮਾਜ਼ ਤੋਂ ਬਾਅਦ ਇਹਦਾ ਜਨਾਜ਼ਾ ਸੀ। ਇਹਨੂੰ ਕਬਰਸਤਾਨ ਲੈ ਕੇ ਜਾਂਦੇ ਨੇ ਔਰ ਕਬਰਸਤਾਨ ਲਿਜਾ ਕੇ ਤੇ ਇਹਨੂੰ ਦਫਨ ਕੀਤਾ ਜਾਂਦਾ। ਉਸ ਤੋਂ ਬਾਅਦ ਸਾਰੇ ਅਫਸਰਦਾ ਹਾਲਤ ਦੇ ਵਿੱਚ ਵਾਪਸ ਆ ਜਾਂਦੇ ਨੇ, ਗਮਗੀਨ ਹੁੰਦੇ ਨੇ, ਪਰੇਸ਼ਾਨ ਹੁੰਦੇ ਨੇ। ਬੱਚੇ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਨੇ। ਅਤੇ ਉਸ ਤੋਂ ਬਾਅਦ ਰਾਤ ਹੋ ਜਾਂਦੀ ਆ, ਸੋ ਜਾਂਦੇ ਨੇ। ਫਿਰ ਸੁਬਾਹ 5 ਫਰਵਰੀ ਜਿਸ ਵੇਲੇ ਆਉਂਦੀ ਆ, ਤੁਹਾਨੂੰ ਪਤਾ ਜਿਸ ਘਰ ਦਾ ਫੌਤ ਹੋਇਆ ਹੋਵੇ ਜੀ, ਅਤੇ ਉਹਦੇ ਬੱਚਿਆਂ ਨੂੰ, ਖਾਸ ਕਰ ਵਾਲਦਾ ਜਦੋਂ ਫੌਤ ਹੋ ਜਾਏ ਅਤੇ ਬੱਚਿਆਂ ਨੂੰ ਕਿੱਥੇ ਚੈਨ ਆਉਂਦਾ। ਬੱਚੇ ਸੁਬਾਹ ਉੱਠਦੇ ਨੇ, ਉੱਠ ਕੇ ਤੇ ਫੌਰਨ ਨਮਾਜ਼ ਪੜ੍ਹਦੇ ਨੇ। ਨਮਾਜ਼ ਪੜ੍ਹ ਕੇ ਵਾਲਦਾ ਦੀ ਕਬਰ 'ਤੇ ਫਾਤਿਹਾ ਵਾਸਤੇ ਜਾਂਦੇ ਨੇ। ਜੋ ਹੀ ਫਾਤਿਹਾ ਵਾਸਤੇ ਜਾਂਦੇ ਨੇ, ਉੱਥੇ ਜਾ ਕੇ ਦੁਆ ਮੰਗਦੇ ਨੇ। ਦੇਖਦੇ ਨੇ ਕਿ ਕਬਰ ਦੇ ਵਿੱਚੋਂ ਆਵਾਜ਼ ਆ ਰਹੀ ਆ ਤੇ ਉਹ ਸਾਰੇ ਜਣੇ ਵਾਰੀ-ਵਾਰੀ ਕੰਨ ਲਾ ਕੇ ਕਬਰ ਦੇ ਵਿੱਚੋਂ ਆਵਾਜ਼ ਆ ਰਹੀ ਆ। ਸਾਰੇ ਕਹਿ ਰਹੇ ਨੇ ਵਾਕਈ ਆ ਰਹੀ ਆ। ਅਤੇ ਫਿਰ ਉਹਨਾਂ ਨੇ ਆਪਣੇ ਘਰ ਦੱਸਿਆ, ਘਰ ਦੇ ਆ ਜਾਂਦੇ ਨੇ। ਫਿਰ ਹੌਲੀ ਹੌਲੀ ਇਸ ਤਰ੍ਹਾਂ ਖਬਰ ਫੈਲਦੀ ਸਾਰੇ ਫੈਲ ਜਾਂਦੀ ਆ। ਉੱਥੇ ਮਜਮਾ ਲੱਗ ਜਾਂਦਾ, ਸਾਰੀ ਦੁਨੀਆ ਆਉਂਦੀ ਆ ਔਰ ਆ ਕੇ ਉਸ ਦੀ ਕਬਰ ਦੇ ਉੱਤੇ ਕੰਨ ਲਾ ਕੇ ਆਵਾਜ਼ਾਂ ਸੁਣਦੀ ਆ। ਉਸ ਤੋਂ ਬਾਅਦ ਇਸ ਤਰ੍ਹਾਂ ਦੀ ਜਿਹੜੀ ਖਬਰ ਹੋਵੇ ਨਾ, ਬੜੀ ਜਲਦੀ ਫੈਲਦੀ ਆ। ਫਿਰ ਉਹ ਪੁਲਿਸ ਤੱਕ ਵੀ ਖਬਰ ਪਹੁੰਚ ਗਈ। ਉੱਥੇ ਇਲਾਕੇ ਦੀ ਪੁਲਿਸ ਮੌਕੇ 'ਤੇ ਆ ਜਾਂਦੀ ਆ। ਜਿਸ ਵੇਲੇ ਪੁਲਿਸ ਆਉਂਦੀ ਆ, ਆ ਕੇ ਵੇਖਦੀ ਆ। ਪੁਲਿਸ ਵਾਲੇ ਤੁਸੀਂ ਵੀਡੀਓ ਦੇਖਿਆ ਹੋਣਾ, ਕੰਨ ਲਾ ਕੇ ਵੇਖਦੇ ਨੇ ਔਰ ਉਹ ਵੀ ਕਹਿੰਦੇ ਨੇ ਵਾਕਈ ਆਵਾਜ਼ ਆ ਰਹੀ ਆ। ਹੁਣ ਬੱਚੇ ਕਹਿੰਦੇ ਨੇ ਕਿ ਅਸੀਂ ਮਾਂ ਦੀ ਕਬਰ ਜਿਹੜੀ ਆ, ਇਹਦੀ ਕਬਰ ਕੁਸ਼ਾਈ ਕਰਨੀ ਆ ਤਾਂ ਕਿ ਪਤਾ ਲੱਗ ਸਕੇ ਮਾਂ ਸਾਡੀ ਜ਼ਿੰਦਾ, ਅਸੀਂ ਗਲਤ ਦਫਨਾਤੀ, ਉਹ ਤਾਂ ਜ਼ਿੰਦਾ ਹੋ ਗਈ ਆ ਅਤੇ ਹੁਣ ਥੱਲੋਂ ਹੱਥ ਮਾਰ ਰਹੀ ਆ ਕਿ ਮੈਨੂੰ ਬਾਹਰ ਕੱਢੋ, ਬਾਹਰ ਕੱਢੋ। ਹੁਣ ਉੱਥੇ ਚੂੰਕਿ ਪੁਲਿਸ ਵੀ ਆਈ ਹੁੰਦੀ ਆ। ਪੁਲਿਸ ਕਹਿੰਦੀ ਆ ਕਿ ਇਸ ਤਰ੍ਹਾਂ ਤੁਸੀਂ ਕਬਰ ਕੁਸ਼ਾਈ ਨਹੀਂ ਕਰ ਸਕਦੇ। ਅਗਰ ਤੁਸੀਂ ਕਬਰ ਖੋਦਣੀ ਆ, ਪਹਿਲਾਂ ਮੈਜਿਸਟਰੇਟ ਦਾ ਆਰਡਰ ਲੈ ਕੇ ਆਵੋ ਔਰ ਜਾ ਕੇ ਅਤੇ ਉਸ ਤੋਂ ਬਾਅਦ ਫਿਰ ਕਬਰ ਕੁਸ਼ਾਈ ਹੋਏਗੀ। ਲੇਕਿਨ ਬੱਚੇ ਜਿਹੜੇ ਨੇ ਉੱਥੇ ਸ਼ੋਰ ਪਾਉਂਦੇ ਨੇ, ਰਿਸ਼ਤੇਦਾਰ ਵੀ, ਕਿ ਅਗਰ ਉਹ ਜ਼ਿੰਦਾ ਹੋਈ, ਅਸੀਂ ਜਾ ਕੇ ਮੈਜਿਸਟਰੇਟ ਦੇ ਆਰਡਰ ਲੈਣ ਚਲੇ ਗਏ ਅਤੇ ਉਸ ਤੋਂ ਬਾਅਦ ਤੱਕ ਤਾਂ ਇਹ ਮਰ ਜਾਏਗੀ ਅਤੇ ਅਸੀਂ ਇਸ ਤਰ੍ਹਾਂ ਨਹੀਂ ਕਰਨਾ। ਅਸੀਂ ਫਟਾਫਟ ਇਹਦੀ ਕਬਰ ਕੁਸ਼ਾਈ ਕਰਨੀ ਆ ਔਰ ਦੇਖਣਾ ਅਗਰ ਜ਼ਿੰਦਾ ਸਾਡੀ ਮਾਂ ਤਾਂ ਅਸੀਂ ਇਹਨੂੰ ਬਾਹਰ ਕੱਢਣਾ ਆ, ਇਸ ਚੱਕਰ 'ਚ ਨਹੀਂ ਪੈਣਾ। ਖੈਰ ਉੱਥੇ ਸਾਰਾ ਮਜਮਾ ਜਿਹੜਾ ਲੱਗਿਆ ਹੁੰਦਾ, ਪੁਲਿਸ ਵਾਲੇ ਵੀ ਹੁੰਦੇ ਨੇ। ਫਿਰ ਫੈਸਲਾ ਹੁੰਦਾ ਕਿ ਫਿਰ ਤੁਸੀਂ ਇਸ ਤਰ੍ਹਾਂ ਕਰੋ ਕਿ ਥੋੜ੍ਹੀ ਜਿਹੀ ਕਬਰ ਖੋਦ ਕੇ ਦੇਖ ਲਓ। ਅਤੇ ਫਿਰ ਉਸ ਤੋਂ ਬਾਅਦ ਗੋਰਕਨ ਨੂੰ ਬੁਲਾਇਆ ਜਾਂਦਾ। ਫਿਰ ਗੋਰਕਨ ਜਿਹੜਾ ਬੇਲਚਾ ਲੈ ਕੇ ਆਉਂਦਾ, ਉਹ ਜਿਹੜਾ ਕਬਰਾਂ ਦੇ ਵਿੱਚ ਬੈਠਾ ਹੁੰਦਾ, ਉਹ ਫਿਰ ਕਹਿੰਦਾ ਕਿ ਇਸ ਤਰ੍ਹਾਂ ਕਰੋ ਕਿ
ਇਹਦਾ ਸ਼ੌਹਰ ਔਰ ਇਹਦੀ ਔਲਾਦ ਇੱਥੇ ਖੜੀ ਹੋ ਜਾਏ, ਬਾਕੀ ਸਾਰੇ ਇਹਨੂੰ ਨਹੀਂ ਵੇਖ ਸਕਦੇ, ਸਾਈਡ ਤੇ ਹੋ ਜਾਓ। ਬਾਕੀ ਸਾਰਿਆਂ ਨੂੰ ਸਾਈਡ ਤੇ ਕਰ ਦਿੱਤਾ ਜਾਂਦਾ। ਲੋਕ ਫਿਰ ਉੱਥੇ ਵੀਡੀਓ ਵੀ ਆ ਕੇ ਕਬਰ ਤੇ ਬਣਾ ਰਹੇ ਨੇ, ਕੈਮਰੇ ਲੈ ਕੇ ਜਾਂਦੇ ਨੇ, ਕਿਉਂਕਿ ਇਹੋ ਜਿਹੀ ਖਬਰ ਜਿਹੜੀ ਹੈ ਬੜੀ ਜਲਦੀ ਫੈਲਦੀ ਆ। ਉਸ ਤੋਂ ਬਾਅਦ ਫਿਰ ਗੋਰਕਨ ਨੇ ਜਿਸ ਵੇਲੇ ਪੈਰਾਂ ਵਾਲੀ ਸਾਈਡ ਤੋਂ ਪੁੱਟਣਾ ਸ਼ੁਰੂ ਕੀਤਾ, ਸਲੈਬ ਸਾਈਡ ਤੇ ਹਟਾਈ, ਜਿਸ ਵੇਲੇ ਦੇਖੀ ਅੰਦਰ ਤੇ ਉਹਦਾ ਕਫਨ ਬਿਲਕੁਲ ਤਾਜ਼ਾ ਉਸੇ ਤਰ੍ਹਾਂ ਪਈ ਆ ਜਿਸ ਤਰ੍ਹਾਂ ਉਹਨੂੰ ਰਾਤ ਦਫਨਾ ਕੇ ਗਏ ਸੀ। ਬਿਲਕੁਲ ਉਹ ਨਾ ਬੈਠੀ ਸੀ ਨਾ ਖੜੀ ਸੀ, ਕੁਝ ਵੀ ਨਹੀਂ ਸੀ, ਲੇਟੀ ਹੋਈ ਸੀ। ਤੇ ਲੋਕਾਂ ਨੇ ਸ਼ੋਰ ਪਾਤਾ ਕਿ ਉਹ ਜ਼ਿੰਦਾ ਹੋ ਗਈ। ਜਦ ਦੇਖਿਆ ਉਹ ਬਿਲਕੁਲ ਸਹੀ ਸਲਾਮਤ ਉਸੇ ਤਰ੍ਹਾਂ ਪਈ ਆ। ਉਹ ਸਲੇਟ ਦੁਬਾਰਾ ਵਾਪਸ ਰੱਖ ਦਿੱਤੀ ਜਾਂਦੀ ਹੈ ਜਿਹੜੀ ਇੱਕ ਪੈਰਾਂ ਵਾਲੀ ਸਾਈਡ ਤੋਂ ਪੱਟੀ ਸੀ। ਉਸ ਤੋਂ ਬਾਅਦ ਉਹਦੇ ਉੱਤੇ ਮਿੱਟੀ ਪਾ ਦਿੱਤੀ ਜਾਂਦੀ ਹੈ ਔਰ ਫਿਰ ਉਹਨੂੰ ਦੁਬਾਰਾ ਕਬਰ ਨੂੰ ਬੰਦ ਕਰ ਦਿੱਤਾ ਜਾਂਦਾ। ਇਹ ਇੱਕ ਵਾਕਿਆ ਸੀ ਜਿਹੜਾ ਸੋਸ਼ਲ ਮੀਡੀਆ ਤੇ ਫੈਲ ਗਿਆ ਔਰ ਇਹੋ ਜਿਹੀ ਖਬਰ ਬੜੀ ਜਲਦੀ ਵਾਇਰਲ ਹੁੰਦੀ ਆ। ਆਵਾਮ ਜਿਹੜੀ ਆ ਵਾਪਸ ਰਿਸ਼ਤੇਦਾਰ ਆ ਜਾਂਦੇ ਨੇ, ਉਹ ਸਲੇਟ ਦੁਬਾਰਾ ਵਾਪਸ ਰੱਖ ਦਿੱਤੀ ਜਾਂਦੀ ਹੈ ਜਿਹੜੀ ਇੱਕ ਪੈਰਾਂ ਵਾਲੀ ਸਾਈਡ ਤੋਂ ਪੱਟੀ ਸੀ। ਉਸ ਤੋਂ ਬਾਅਦ ਉਹਦੇ ਉੱਤੇ ਮਿੱਟੀ ਪਾ ਦਿੱਤੀ ਜਾਂਦੀ ਹੈ ਔਰ ਫਿਰ ਉਹਨੂੰ ਦੁਬਾਰਾ ਕਬਰ ਨੂੰ ਬੰਦ ਕਰ ਦਿੱਤਾ ਜਾਂਦਾ। ਇਹ ਇੱਕ ਵਾਕਿਆ ਸੀ ਜਿਹੜਾ ਸੋਸ਼ਲ ਮੀਡੀਆ ਤੇ ਫੈਲ ਗਿਆ ਔਰ ਇਹੋ ਜਿਹੀ ਖਬਰ ਬੜੀ ਜਲਦੀ ਵਾਇਰਲ ਹੁੰਦੀ ਆ। ਇਨਸਾਨ ਨੂੰ ਜਦੋਂ ਕਬਰ ਦੇ ਵਿੱਚ ਦਫਨਾਇਆ ਜਾਂਦਾ, ਉਸ ਤੋਂ ਬਾਅਦ ਜਦੋਂ ਆਵਾਮ ਜਿਹੜੀ ਆ ਵਾਪਸ ਰਿਸ਼ਤੇਦਾਰ ਆ ਜਾਂਦੇ ਨੇ, ਉਹ ਜਿਹੜਾ ਇਨਸਾਨ ਕਬਰ ਦੇ ਵਿੱਚ ਪਿਆ ਹੁੰਦਾ, ਉਹ ਵਾਪਸੀ ਤੇ ਜਦੋਂ ਜਿਹੜੇ ਲੋਕ ਰਿਸ਼ਤੇਦਾਰ ਅਜ਼ੀਜ਼ੋ ਘਰ ਨੂੰ ਜਾਂਦੇ ਨੇ, ਉਹਨਾਂ ਦੀ ਜੁੱਤੀਆਂ ਦੀ ਆਵਾਜ਼ ਉਹ ਸੁਣਦਾ ਹੁੰਦਾ। ਸਹੀ ਬੁਖਾਰੀ ਦੀ ਹਦੀਸ ਨੰਬਰ 1388 ਆ ਔਰ ਮੁਸਲਮ ਸ਼ਰੀਫ ਦੀ 2870 ਹਦੀਸ ਨੰਬਰ ਆ ਕਿ ਉਹਨਾਂ ਦੀਆਂ ਜੁੱਤੀਆਂ ਦੀ ਆਵਾਜ਼ ਉਸ ਇਨਸਾਨ ਨੂੰ ਜਿਹੜਾ ਕਬਰ ਦੇ ਵਿੱਚ ਪਿਆ ਹੁੰਦਾ ਉਹ ਸੁਣ ਸਕਦਾ। ਬਲਕਿ ਜਿਹੜੇ ਬਾਹਰ ਦੇ ਇਨਸਾਨ ਨੇ ਔਰ ਜਿੰਨਾਤ ਨੇ, ਉਹ ਕਬਰ ਦੇ ਵਿੱਚ ਜਿਹੜਾ ਵੀ ਅਜ਼ਾਬ ਹੋ ਰਿਹਾ ਹੋਵੇ ਉਹਨੂੰ ਨਹੀਂ ਪਤਾ ਲੱਗਦਾ, ਨਹੀਂ ਸੁਣ ਸਕਦਾ, ਸਿਵਾਏ ਇਨਸਾਨ ਔਰ ਜਿੰਨਾਤ ਤੋਂ। ਬਾਕੀ ਜਿੰਨੀ ਵੀ ਮਖਲੂਕ ਆ ਕਬਰ ਦੇ ਵਿੱਚ ਜਿਹੜਾ ਵੀ ਅਜ਼ਾਬ ਹੋ ਰਿਹਾ ਹੋਵੇ ਉਹ ਸੁਣ ਸਕਦੀ ਆ। ਅੱਲਾ ਦੇ ਨਬੀ ਵੀ ਹਮੇਸ਼ਾ ਕਬਰ ਦੇ ਅਜ਼ਾਬ ਤੋਂ ਪਨਾਹ ਮੰਗਦੇ ਹੁੰਦੇ ਸੀ। ਮੁਸਲਮ ਸ਼ਰੀਫ ਦੀ ਹਦੀਸ ਆ 588। ਤੇ ਅੱਲਾ ਦੇ ਨਬੀ ਕਬਰ ਦੇ ਅਜ਼ਾਬ ਤੋਂ ਇੰਨਾ ਖੌਫ ਖਾਂਦੇ ਸੀ ਤੇ ਸਾਨੂੰ ਤਾਂ ਫਿਰ ਉਹਨਾਂ ਤੋਂ ਜ਼ਿਆਦਾ ਖੌਫ ਖਾਣਾ ਚਾਹੀਦਾ। ਮੁਸਲਮ ਸ਼ਰੀਫ ਦੀ ਹਦੀਸ ਆ 2868 ਨੰਬਰ ਕਿ ਅੱਲਾ ਦੇ ਨਬੀ ਨੇ ਫਰਮਾਇਆ ਕਿ ਅਗਰ ਮੈਂ ਅੱਲਾ ਕੋਲੋਂ ਦੁਆ ਕਰਾਂ ਕਿ ਤੁਸੀਂ ਵੀ ਇਹ ਆਵਾਜ਼ਾਂ ਸੁਣ ਸਕੋ, ਲੇਕਿਨ ਮੈਨੂੰ ਇਹ ਖੌਫ ਆ ਕਿ ਅਗਰ ਇਹ ਤੁਸੀਂ ਆਵਾਜ਼ਾਂ ਸੁਣ ਲਓਗੇ ਤਾਂ ਤੁਸੀਂ ਜਿਹੜੇ ਆਪਣੇ ਮੁਰਦੇ ਨੇ ਉਹ ਕਬਰਾਂ 'ਚ ਦਫਨਾਣਾ ਛੋੜ ਦਓਗੇ ਕਿ ਕਬਰ ਦੇ ਵਿੱਚ ਅਜ਼ਾਬ ਹੀ ਬਹੁਤ ਹੁੰਦਾ, ਅਸੀਂ ਇਹਨੂੰ ਕਬਰ ਦੇ ਵਿੱਚ ਨਹੀਂ ਦਫਨਾਣਾ। ਇਸ ਵਾਸਤੇ ਜਿੰਨਾਤ ਔਰ ਇਨਸਾਨ ਜਿਹੜੇ ਨੇ ਉਹ ਕਬਰ ਦੇ ਵਿੱਚ ਜਿਹੜਾ ਅਜ਼ਾਬ ਹੋ ਰਿਹਾ ਉਹ ਨਹੀਂ ਸੁਣ ਸਕਦੇ। ਹਾਂ, ਜਿਹੜੇ ਨਬੀ ਨੇ ਉਹ ਕਬਰ ਦੀ ਆਵਾਜ਼ ਸੁਣ ਸਕਦੇ ਨੇ। ਇੱਕ ਦਫਾ ਵਾਕਿਆ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ 2 ਕਬਰਾਂ ਤੋਂ ਗੁਜ਼ਰ ਰਹੇ ਸੀ। ਉਹਨਾਂ ਨੇ ਦੇਖਿਆ ਕਿ ਇੱਥੇ ਕਬਰ ਦੇ ਵਿੱਚ ਆਵਾਜ਼ਾਂ ਆ ਰਹੀਆਂ ਔਰ ਉਹਨਾਂ ਨੂੰ ਅਜ਼ਾਬ ਹੋ ਰਿਹਾ। ਅੱਲਾ ਦੇ ਨਬੀ ਨੇ ਖਜੂਰ ਦੀ ਟਹਿਣੀ ਤੋੜੀ ਔਰ ਉੱਥੇ ਗੱਡ ਦਿੱਤੀ ਕਿ ਜਦੋਂ ਤੱਕ ਇਹ ਹਰੀ ਰਹੇਗੀ ਇਹਨਾਂ ਦੇ ਕਬਰ ਦੇ ਵਿੱਚ ਜਿਹੜਾ ਅਜ਼ਾਬ ਹੋ ਰਿਹਾ ਉਹਦੇ ਵਿੱਚ ਕਮੀ ਜ਼ਰੂਰ ਆ ਜਾਏਗੀ। ਅਸੀਂ ਲੋਕ ਇਨਸਾਨ ਔਰ ਜਿੰਨਾਤ ਕਬਰ ਦੇ ਵਿੱਚ ਅਜ਼ਾਬ ਨੂੰ ਨਹੀਂ ਸੁਣ ਸਕਦੇ ਹੈਗੇ। ਅਗਰ ਪਤਾ ਲੱਗ ਜਾਏ ਤਾਂ ਅਸੀਂ ਸਾਰੀ ਰਾਤ ਸਾਰਾ ਦਿਨ ਸਜਦੇ ਦੇ ਵਿੱਚ ਹੀ ਗਿਰੇ ਰਹੀਏ ਅਗਰ ਇਨਸਾਨ ਨੂੰ ਕਬਰ ਦੇ ਅਜ਼ਾਬ ਦਾ ਪਤਾ ਚੱਲ ਜਾਏ। ਇਸ ਲਈ ਸਭ ਤੋਂ ਪਹਿਲਾਂ ਸਾਨੂੰ ਚਾਹੀਦਾ ਆਪਣੇ ਆਪ ਨੂੰ ਦਰੁਸਤ ਕਰ ਲਈਏ, ਉਸ ਤੋਂ ਪਹਿਲਾਂ ਕਿ ਕਬਰ ਦੀ ਮਿੱਟੀ ਸਾਨੂੰ ਦਰੁਸਤ ਕਰੇ। ਇਸ ਦਾ ਵਿਲਾਗ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ, ਅੱਲਾਹ ਤਾਲਾ ਸਾਨੂੰ ਸਾਰਿਆਂ ਨੂੰ 5 ਵਕਤ ਦੀ ਨਮਾਜ਼ ਅਦਾ ਕਰਨੇ ਦੀ ਤੌਫੀਕ ਅਤਾ ਫਰਮਾਏ। ਆਮੀਨ ਸੁम्मा आमीन। अस्सलामु अलैकुम व रहमतुल्लाहि व बरकातुहू।